श्री वाहेगुरु साहिब। हे गुरु जी वाहेगुरु वाहेगुरु जी। तेरे कवन कवन गुण कहेगा तुम साहिब गुणी निधना। तुम्हारी महिमा तुम्हारी महिमा बरन न सकूं। तुम ठाकुर उच्च भगवाना तुम्हारी महिमा बरन न सकूं। तुम ठाकुर उच्च भगवाना। तुम्हारी शरण तुम्हारी आशा तुम्ही सज्जन सुहेले। राखो रखन हार दयाला नानक करके गोले। ज्ञान ध्यान किछ कर्म न जाना सार न जाना तेरी। सब ते वड्डा सतगुरु नानक सब ते वड्डा सतगुरु नानक। जिन कल राखी मेरी।
ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਖਨ ਹਾਰ ਦਿਆਲਾ ਨਾਨਕ ਕਰਕੇ ਗੁਲੇ ਓ ਮੰਗੋ ਤੁਝੇ ਦਿਆਲ ਕਰਨਾ ਲਿਆ ਨਾਮ ਨਿਰਭਾਈ ਆਇਆ ਜੀਵਾ ਬੋਲਿਆ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਮ ਧੰਨ ਗੁਰੂ ਨਾਨਕ। ਓੰਕਾਰ ਸਤਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਉ ਜਵਾਉ ਸਚ ਹੈ ਪੀ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਆਦ ਸਚ ਹੈ ਪੀ ਨਾਨਕ ਹੋਸੀ ਭੀ ਸਚ ਧੰਨ ਗੁਰੂ ਨਾਨਕ 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 ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਡੇ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਪ੍ਰਗਟ ਰੂਪ ਵਿੱਚ ਨੇ ਜਿਹੜਾ ਇਹਨਾਂ ਨੂੰ ਸੁਣੇਗਾ ਮੰਨੇਗਾ ਉਹਦਾ ਪਾਰ ਉਤਾਰਾ ਹੈ। ਜਿਹੜੇ ਤਰਕਾਂ ਕਰਨ ਵਾਲੇ ਆ ਉਹ ਜੋ ਮਰਜ਼ੀ ਕਰੀ ਜਾਣ। ਉਹਨਾਂ ਨੇ ਗੁਰੂ ਨਾਨਕ ਸਾਹਿਬ ਤੇ ਵੀ ਕੀਤੀਆਂ, 10 ਗੁਰੂਆਂ ਤੇ ਵੀ ਤਰਕਾਂ ਕੀਤੀਆਂ। ਜੋ ਗੁਰੂ ਕਰ ਰਹੇ ਸੀ ਉਹਨਾਂ ਤੇ ਵੀ ਤਰਕਾਂ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਕੀ ਕਰ ਰਹੇ ਨੇ, 6ਵੇਂ ਪਾਤਸ਼ਾਹ ਕੀ ਕਰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਰਦੇ ਆ। ਨਿਰੰਕਾਰ ਦੀ ਜੋਤ ਹੈ, ਅਕਾਲ ਪੁਰਖ ਦਾ ਰੂਪ ਹੈ। ਵੱਡੇ ਵੱਡੇ ਚੌਧਰੀ ਸਿਆਣੇ ਬਣਦੇ, ਸਤਿਗੁਰਾਂ ਨੇ ਬਾਣੀ 'ਚ ਦੱਸਿਆ ਹੈ, ਅੰਧੇ ਕਾ ਨਾਉ ਪਾਰਖੋ,
ਜਿਹੜਾ ਅੰਨਾ ਹੈ ਉਹਨੇ ਆਪਦਾ ਉਹ ਪਾਰਖੂ ਬੜਿਆ ਹੋਇਆ, ਜਿਹਨੂੰ ਦਿਸਦਾ ਹੀ ਨਹੀਂ, ਉਹ ਪਰਖਾਂ ਕਰਦਾ ਹੈ। ऐसा पिछला पढ़ नौ फकीरे पातशाहों मूर्ख पंडित कहते जी असी जागरूक हाँ, दुनिया नूं अंधेरे विच है। तो मैं सुन रहा सी, कह रहे सी ਜਿਹੜੇ गुरु ग्रंथ साहिब ਨੂੰ गुरु ਕਹਿੰਦੇ ਆ, ਜੇ ਕੋਈ ਕਹੇ ਤੁਹਾਡਾ ਗੁਰੂ ਕੀ ਹੈ, ਤੁਸੀਂ ਕਹੋਗੇ ਗੁਰੂ ਗ੍ਰੰਥ ਸਾਹਿਬ। ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਤਾਂ 1500 ਰੁਪਏ 'ਚ ਮਿਲ ਜਾਂਦਾ। ਸਿੱਖਾਂ ਦਾ ਜਿਹੜਾ ਗੁਰੂ ਹੈ ਨਾ, ਉਹ 1500 ਰੁਪਏ ਵਿੱਚ ਥੋੜਾ ਵਧੀਆ ਤੇ ਹੋਰ ਜ਼ਿਆਦਾ ਰੁਪਈਆਂ 'ਚ ਆ ਜਾਏਗਾ। ਜੇ ਕੋਈ ਸੋਨੇ ਚਾਂਦੀ ਚੰਗੀ ਜਿਲਦ ਲਾ ਕੇ ਬਣਾ ਦੇਗਾ, ਹੋਰ ਲੱਖ ਕਰੋੜ ਰੁਪਈਆ ਬਣਾ ਦੇਗਾ। ਹੈ ਤਾਂ ਮੁੱਲ ਦਾ ਹੈ ਨਾ, ਬਾਜ਼ਾਰ 'ਚੋਂ ਮਿਲ ਜਾਂਦਾ। ਕਹਿੰਦੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨਹੀਂ, ਸਿੱਖਾਂ ਦਾ ਗੁਰੂ ਜੇ ਕਹਿਣਗੇ ਗਿਆਨ ਹੈ। ਸਭ ਤੋਂ ਪਹਿਲਾਂ ਤਾਂ ਇਹ ਲੋਕ ਵਿਕੇ ਹੋਏ ਨੇ ਤੇ ਹੁੱਲੜਬਾਜ਼ੀ ਕਰਦੇ ਆ। ਦੁਨੀਆ ਵੀ ਅੰਨੀ ਇਹਨਾਂ ਮਗਰ ਲੱਗੀ, ਉਹਨਾਂ ਨੂੰ ਫਲ ਨਹੀਂ ਕੋਈ ਮਿਲਦਾ। ਆਉਣ ਗੁਰੂ ਸਾਹਿਬ ਕਹਿ ਰਹੇ ਨੇ, ਨਾਮ ਪੜ੍ਹਿਓ। नौ फकीरे पातशाहों मूर्ख पंडित नाम। ਜਿਹੜਾ ਕੰਗਾਲ ਹੈ ਉਹ ਬਾਦਸ਼ਾਹ ਬਣਿਆ ਹੈ। ਰੋਟੀ ਜੁੜਦੀ ਵੀ ਤੇ ਬਾਦਸ਼ਾਹ ਕੋ ਆਉਂਦਾ ਹੈ। ਇਹ ਹਾਲ ਹੈ। ਤੇ ਜਿਹੜਾ ਮੂਰਖ ਹੈ ਉਹ ਪੰਡਿਤ ਬਣਿਆ ਹੋਇਆ, ਲੋਕਾਂ ਨੂੰ ਗਿਆਨ ਦਿੰਦਾ, ਆਪ ਮੂਰਖ ਹੈ। आगे जी, अंधे का नाव पारखो एवे करे गुआ। अन्ने का नाम पारखू बनाया भी ये परख करता, बड़ा पारखू। कहते जागरू क्या की तरके कि गुरु ग्रंथ साहिब का मुल मिल जाते हैं। सिखा दे गुरु ग्रंथ साहिब ਉਹਦਾ ਬਾਜ਼ਾਰ ਚੋਂ ਮੁੱਲ ਮਿਲਦੇ ਆ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨਾ ਕਹੋ, ਪਰ ਮੂਰਖਾਂ ਨੂੰ ਪਤਾ ਨਹੀਂ ਕਿ ਗੁਰੂ ਦਾ ਨਾਂ ਗਿਆਨ ਹੈ। ਆਖੋ ਸੀ ਵਾਹਿਗੁਰੂ। ਗ੍ਰੰਥ ਦੇ ਨਾਲ ਗੁਰੂ ਲੱਗਿਆ ਜਿਹੜਾ, ਉਸ ਦਾ ਨਾਮ ਗਿਆਨ ਹੈ। ਜਦੋਂ ਅਸੀਂ ਗ੍ਰੰਥ ਨੂੰ ਗੁਰੂ ਕਹਿ ਦਿੱਤਾ, ਫਿਰ ਗ੍ਰੰਥ ਦਾ ਮਤਲਬ ਨਹੀਂ 1500 ਰੁਪਏ ਦਾ ਮਤਲਬ ਨਹੀਂ। ਜਿਹੜਾ ਗਿਆਨ ਹੈ ਉਹਦੀ ਕੋਈ ਕੀਮਤ ਨਹੀਂ।
ਤੇ ਗੁਰੂ ਗ੍ਰੰਥ ਸਾਹਿਬ ਉਦੋਂ ਨੇ ਜਦੋਂ ਉਹ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਆਖੋ ਸ੍ਰੀ ਵਾਹਿਗੁਰੂ। ਚਾਹੇ ਉਹ ਬਾਜ਼ਾਰਾਂ 'ਚ ਵਿਕਣ, ਚਾਹੇ ਸ਼੍ਰੋਮਣੀ ਕਮੇਟੀ ਤੋਂ ਮਿਲਣ, ਉੱਥੇ ਵੀ ਖਾਣਿਆਂ ਵਿੱਚ ਥਾਂ ਬੀੜਾਂ ਤੇ ਬੀੜਾਂ ਜੋੜੀਆਂ ਹੋਈਆਂ ਨੇ। ਕਈ ਗੁਰੂ ਗ੍ਰੰਥ ਸਾਹਿਬ ਧੱਕੇ ਹੋਏ ਇਹਨਾਂ ਵਿੱਚ। ਆ ਗੁਰੂ ਗ੍ਰੰਥ ਸਾਹਿਬ ਬਣਦੇ ਪਏ ਆ ਭਾਈ, ਇਹ ਕੋਈ ਨਹੀਂ ਦੇਖਣਾ। ਜੇ ਤੁਸੀਂ ਦੇਖੋਗੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ 10 ਗੁਰੂ, ਉਹਨਾਂ ਨੇ ਮਾਤਾ ਪਿਤਾ ਦੇ ਰਾਹੀਂ ਜਨਮ ਲਿਆ ਹੈ। ਕੀ ਇਹਦਾ ਮੁੱਢ ਕੀ ਕੱਢੋਗੇ? ਜੇ ਇੱਧਰ ਗੁਰੂ ਗ੍ਰੰਥ ਸਾਹਿਬ ਤੁਸੀਂ ਬਣਦੇ ਵੇਖੋਗੇ, ਛਪਦੇ ਵੇਖੋਗੇ, ਵਿਖਦੇ ਵੇਖੋਗੇ, ਜਿਹੜਾ ਇਨਸਾਨ ਮਨੁੱਖ ਜਾਂ ਗੁਰੂਆਂ ਨੇ ਵੀ ਅਵਤਾਰ ਧਾਰਿਆ ਹੈ, ਉਹਦਾ ਮੁੱਢ ਕੀ ਫੋਲੋਗੇ? ਵੀ ਕਿਵੇਂ ਸ਼ੁਰੂਆਤ ਹੋਈ, ਕਿਵੇਂ ਗਰਭ 'ਚ ਪ੍ਰਵੇਸ਼ ਕੀਤਾ, ਕਿਵੇਂ ਸਰੀਰ ਬਣਿਆ, ਕਿਵੇਂ ਜਨਮ ਲਿਆ, ਇਹ ਕੋਈ ਦੇਖੋਗੇ? ਇਹ ਮਨੁੱਖੀ ਸਰੀਰ ਐਵੇਂ ਮਾਤਾ ਦੇ ਗਰਭ ਰਾਹੀਂ ਆਉਂਦਾ ਹੈ। ਕੀ ਇਹ ਕੁਝ ਫੋਲੋਗੇ? ਨਹੀਂ, ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਦੇਖਣਾ ਹੈ। ਸਾਨੂੰ ਉਸ ਸਿਲਸਿਲੇ ਤੱਕ ਕੋਈ ਮਤਲਬ ਨਹੀਂ ਹੈ ਕਿਵੇਂ ਜੰਮੇ, ਕਿਵੇਂ ਬਣੇ, ਕਿਵੇਂ ਗਰਭ 'ਚ ਰਹੇ। ਉਹਨਾਂ ਦੀ ਲੀਲਾ ਉਹਨਾਂ ਸੰਸਾਰ ਵਾਂਗੂ ਰਚਿਆ ਸਭ ਕੁਝ। ਜਨਮ ਵੀ ਸੰਸਾਰੀਆਂ ਵਾਂਗੂ, ਦਰਗਾਹ ਨੂੰ ਵੀ ਇਸੇ ਤਰ੍ਹਾਂ ਹੀ ਗਏ ਨੇ, ਉਮਰਾਂ ਵੀ ਇਸ ਤਰ੍ਹਾਂ ਹੀ ਨੇ। ਇਹ ਨਹੀਂ ਕਿ ਗੁਰੂਆਂ ਦੀ 1000 ਸਾਲ ਦੀ ਉਮਰ ਸੀ, ਆਮ ਮਨੁੱਖ ਦੀ 50-100 ਦੀ। ਜਿਹੜੇ ਕਹਿੰਦੇ ਅਸੀਂ ਜਾਗਰੂਕ ਆ ਨਾ ਸਿੱਖ ਧਰਮ ਦੇ, ਉਹ ਜਾਗਰੂਕ ਨਹੀਂ, ਉਹਨਾਂ ਨੂੰ ਗਿਆਨ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਅੰਨਿਆਂ ਦਾ ਨਾਂ ਪਾਰਖੂ ਹੋਏ, ਫਕੀਰਾਂ ਦਾ ਨਾਂ ਬਾਦਸ਼ਾਹ ਹੋਇਆ ਪਿਆ। ਫਕੀਰ ਹੈਗਾ ਬਿਲਕੁਲ ਭੁੱਖਾ ਕੰਗਾਲ, ਉਹ ਕਹਿੰਦਾ ਮੈਂ ਬਾਦਸ਼ਾਹ। ਜਿਹੜੇ ਮੂਰਖ ਉਹ ਕਹਿੰਦੇ ਪੰਡਤ। ਇਹ ਕੁਝ 2-4 ਹੈਗੇ ਨੇ, ਪਰ ਇਹਨਾਂ ਮਗਰ ਲੱਗਣ ਵਾਲਿਆਂ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ। ਜਿਹੜੇ ਸੋਸ਼ਲ ਮੀਡੀਆ ਤੱਕ ਹੀ ਸੀਮਤ ਨੇ, ਜਿਹੜੇ ਆਪਣਾ ਆਪ ਹੀ ਦਿਖਾਉਣ ਤੇ ਤੁਰੇ ਹੋਏ ਨੇ, ਅੰਨੇ ਉਹ ਇਹਨਾਂ ਮਗਰ ਨਾ ਲੱਗੋ। ਅੰਧੇ ਖੂਏ ਠੇਲੇ ਤੁਸੀਂ ਅੰਨੇ ਮਗਰ ਲੱਗ ਕੇ ਅੰਨੇ ਕਿਉਂ ਬਣੇ ਜੀ? ਗੁਰਬਾਣੀ ਪੜ੍ਹੋ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰੋ ਜਿਹੜੇ ਕਿ ਮਹਾਂਪੁਰਖ ਕੋਈ ਨਾਮ ਜਪਣ ਜਪਾਉਣ ਵਾਲੇ, ਕੋਈ ਸੰਪਰਦਾਇਕ ਮਹਾਂਪੁਰਖ ਸਥਾਨ। ਅੰਨਿਆਂ ਦਾ ਨਾਂ ਪਾਰਖੂ। ਹਾਂਜੀ ਅੱਗੇ ਜੀ। ਇਲਤ ਕਾ ਨਾਮ ਚੌਧਰੀ, ਕੁੜੀ ਪੂਰੇ ਥਾਓ। ਗੁਰੂ ਸਾਹਿਬ ਨੇ ਕਿਹਾ ਜਿਹੜਾ ਇਲਤੀ ਸ਼ਰਾਰਤੀ ਹੈ ਨਾ, ਉਹ ਚੌਧਰੀ ਹੈ। ਜਿਹਨੇ ਇਲਤਾਂ ਤੇ ਸ਼ਰਾਰਤਾਂ ਹੀ ਕਰਨੀਆਂ, ਉਹ ਚੌਧਰੀ ਬਣੇ ਹੋਏ ਨੇ। ਤੇ ਝੂਠਿਆਂ ਦੇ ਨਾਲ ਹੀ ਜੁੜਦੇ ਆ, ਝੂਠਿਆਂ ਨਾਲ ਕਹਿੰਦੇ ਸਾਡੀ ਪਾਰਟੀ ਦੇ ਆ, ਝੂਠਿਆਂ ਨਾਲ ਹੀ ਉਹਨਾਂ ਦਾ ਬਹਿਣਾ ਉੱਠਣਾ ਹੈ। ਉਹਨਾਂ ਦੇ ਦਰਸ਼ਨ ਹਰ ਦਿਨ ਕਾ ਦਰਸ਼ਨ ਨਾ ਕਰਿਓ ਪਪਿਸ਼ਟ ਹਥਿਆਰੀ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਗੱਡੀ 'ਚ ਜਾ ਰਹੇ ਸੀ, ਸੰਤ ਗੁਰਮੇਲ ਸਿੰਘ ਜੀ ਨੇ ਕੈਸਟ ਗੁਰਬਾਣੀ ਦੀ ਚਲਾਈ ਗੱਡੀ 'ਚ। ਸਮੇਂ ਨਾਲ ਯੁੱਗ ਦੀ ਤਬਦੀਲੀ ਹੋਈ। ਕੈਸਟ ਵਾਲਾ ਸਮਾਂ ਹੀ ਉਸ ਸਮੇਂ ਕਿਸੇ ਸਮੇਂ ਨਵਾਂ ਸੀ। ਪਹਿਲੋਂ ਸੀ ਵੱਡੇ ਜਿਹੜੇ ਚੱਲਦੇ ਸੀ, ਉਹਨਾਂ ਤੇ ਰਿਕਾਰਡਿੰਗ ਹੁੰਦੀ ਸੀ ਨਾਨਕਸਰ, ਉਹਨਾਂ ਦੇ ਬਚਨ ਬਾਬਾ ਜੀ ਦੇ ਸੁਣਾਏ ਜਾਂਦੇ ਸੀ। ਫਿਰ ਆ ਕੈਸਟਾਂ ਚੱਲ ਪਈਆਂ, ਫਿਰ ਉਹ ਤਵੇ ਜੇ ਚੱਲ ਪਏ, ਚਿੱਪ ਚੱਲ ਪਈ, ਕੀ ਕੋਈ ਚੱਲ ਪਿਆ। ਹੁਣ ਤਾਂ ਪਰਮਾਤਮਾ ਦਾ ਨਾਂ ਹੀ ਕੰਮ ਸਿਰੇ ਆਉਣ ਲੱਗਿਆ। ਉਹਨਾਂ ਨੇ ਕੈਸਟ ਲਾਈ ਦਰਸ਼ਨ ਸਿੰਘ ਰਾਗੀ ਦੀ,
ਬਾਬਾ ਜੀ ਕਹਿੰਦੇ ਬੰਦ ਕਰ ਦੇ, ਇਹਦਾ ਕੀਰਤਨ ਵੀ ਨਹੀਂ ਸੁਣਨਾ। ਆਖੋ ਹੰਕਾਰੀ। ਅੱਜ ਉਹ ਉਸ ਤੋਂ ਬਾਅਦ ਉਹ ਅਕਾਲ ਤਖਤ ਦਾ ਜਥੇਦਾਰ ਵੀ ਬਣਿਆ। ਫਿਰ ਉਹ ਦੁਨੀਆ 'ਚ ਵੀ ਬੜਾ ਪ੍ਰਚਲਿਤ ਹੋਇਆ। ਪਰ ਮਹਾਂਪੁਰਖਾਂ ਨੇ ਪਹਿਲਾਂ ਹੀ ਝੂਠਾ ਕੂੜਾ ਕੀਤਾ ਸੀ। ਅੱਜ ਉਹ ਗੁਰੂ ਸਾਹਿਬ ਦੇ ਉਲਟ ਬੋਲ ਰਿਹਾ, ਅੰਮ੍ਰਿਤ ਦੇ ਉਲਟ ਬੋਲ ਰਿਹਾ, ਬਾਣੀਆਂ ਦੇ ਉਲਟ ਬੋਲ ਰਿਹਾ। ਮਹਾਂਪੁਰਖਾਂ ਨੇ ਕੈਸਟ ਬੰਦ ਕਰਾਤੀ, ਬ੍ਰਹਮ ਗਿਆਨੀ ਮਹਾਂਪੁਰਖਾਂ ਨੇ। ਤੇ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਹਰ ਹਰ ਤਿਨਕਾ ਦਰਸ਼ਨ ਨਾ ਕਰਿਓ ਜਿਨ ਗੁਰ ਗੋਪਿਆ ਆਪਣਾ ਤੇ ਨਰ ਬਰਿਆਰੀ। ਜਿਹੜੇ ਆਪਦੇ ਗੁਰੂ ਨੂੰ, ਆਪਦੇ ਮੁਰਸ਼ਦ ਨੂੰ ਲੁਕੋ ਲੈਂਦੇ ਆ ਨਾ, ਤੇ ਆਪ ਹੀ ਬਣ ਜਾਂਦੇ ਆ ਕਿ ਸਾਡਾ ਕੋਈ ਹੈ ਹੀ ਨਹੀਂ ਗੁਰੂ ਪੀਰ, ਕਿਸੇ ਸੰਤ ਮਹਾਤਮਾ ਦੇ ਨਹੀਂ ਅਸੀਂ ਸੇਵਕ। ਸਾਡੀ ਤਾਂ ਇਹ ਪਛਾਣ ਹੈ ਕਿ ਅਸੀਂ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਹਾਂ। ਕਿਸੇ ਸੰਤ ਮਹਾਤਮਾ ਗੁਰੂ ਪੀਰ ਵਾਲੇ ਮਹਾਂਪੁਰਖ ਵਾਲੇ ਨਹੀਂ ਅਸੀਂ। ਪਰ ਇਹ ਨਹੀਂ ਪਤਾ ਕਿ ਗੁਰੂ ਪੀਰ ਵਾਲੇ ਮਹਾਂਪੁਰਖ ਵਾਲੇ ਕੌਣ ਹੁੰਦੇ ਆ। ਗੁਰੂ ਪੀਰ ਵਾਲੇ ਮਹਾਂਪੁਰਖ ਵਾਲੇ ਉਹ ਹੁੰਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਕੇ ਮੰਨਿਆ ਹੁੰਦਾ ਹੈ। ਆਖੋ ਜੀ ਵਾਹਿਗੁਰੂ। ਉਹ ਹੁੰਦੇ ਆ ਗੁਰੂ ਪੀਰ ਮਹਾਂਪੁਰਖ ਵਾਲੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜ ਪਿਆਰਿਆਂ ਰਾਹੀਂ ਗੁਰੂ ਧਾਰਨ ਕਰਕੇ ਮੰਨਿਆ ਹੁੰਦਾ ਹੈ। ਤੇ ਜਿਨ੍ਹਾਂ ਨੇ ਨਹੀਂ ਮੰਨਿਆ ਹੁੰਦਾ ਉਹਨਾਂ ਦਾ ਕੋਈ ਸੰਤ ਮਹਾਤਮਾ ਨਹੀਂ ਹੁੰਦਾ। ਬਾਬਾ ਜੀ ਦੇ ਕੋਲ ਸੰਗਤ ਗਈ ਅੰਮ੍ਰਿਤਸਰ ਦੀ। ਬਾਬਾ ਜੀ ਕਹਿੰਦੇ ਤੁਸੀਂ ਗੁਰੂ ਕੀ ਨਗਰੀ ਛੱਡ ਕੇ ਇਹ ਸਾਡੇ ਕੋਲ ਪਿੰਡ 'ਚ ਇੱਕ ਡੇਰੇ 'ਚ ਆਏ ਜੀ। ਗੁਰੂ ਰਾਮਦਾਸ ਨੂੰ ਛੱਡ ਕੇ ਸਾਡੇ ਕੋਲ ਤੁਹਾਡੇ ਦਰਸ਼ਨ ਕਰਨ ਆਏ ਬਾਬਾ ਜੀ। ਗੁਰੂ ਰਾਮਦਾਸ ਨੂੰ ਛੱਡ ਕੇ ਸਾਡੇ ਦਰਸ਼ਨ ਕਰਨ ਆਏ ਹੋ। ਤੁਹਾਨੂੰ ਪੁੱਛੇ ਕੀ ਜਵਾਬ ਦਿਓਗੇ? ਉਹਨਾਂ ਗੁਰਮੁਖਾਂ ਦਾ ਬੜਾ ਸੋਹਣਾ ਜਵਾਬ ਸੀ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਨੂੰ ਭੇਜਿਆ ਹੈ, ਗੁਰੂ ਰਾਮਦਾਸ ਨੇ ਤਾਂ ਸਾਨੂੰ ਭੇਜਿਆ ਹੈ ਕਿ ਸੰਤਾਂ ਦੇ ਦਰਸ਼ਨ ਕਰਕੇ ਆਓ। ਅਸੀਂ ਜਦੋਂ ਉਹਨਾਂ ਦੇ ਚਰਨਾਂ 'ਚ ਬੈਠੇ, ਉਹਨਾਂ ਦੀ ਆਵਾਜ਼ ਸੁਣੀ, ਸਾਡੇ ਕੰਨਾਂ 'ਚ ਪਈ, ਤੇ ਉਹ ਕਹਿ ਰਹੀ ਸੀ ਸੰਤਾਂ ਮਹਾਂਪੁਰਖਾਂ ਕੋਲ ਜਾਓ, ਸਾਧੂ ਸੰਗਤ ਕਰੋ, ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੇ ਬਚਨ ਸੁਣੋ, ਉਹਨਾਂ ਦੀ ਸੇਵਾ ਕਰੋ, ਉਹਨਾਂ ਦੀ ਧੂੜ ਬਣ ਜਾਓ। ਗੁਰੂ ਸਾਹਿਬ ਸਾਰੀ ਬਾਣੀ 'ਚ ਇਹ ਕੁਝ ਕਹਿ ਰਹੇ, ਜਿਹੜਾ ਮਰਜ਼ੀ ਸ਼ਬਦ ਲੈ ਲਓ। ਕਹਿ ਕੀ ਰਹੇ ਨੇ? ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਚੱਲਣ ਵਾਲੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਮਨਮਾਨੀਆਂ ਕਰਨ ਵਾਲੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ। ਕਹਿੰਦੇ ਜੀ ਗੁਰੂ ਸਾਹਿਬ ਕੀ ਕਹਿੰਦੇ ਆ, ਇਹ ਸੁਣ ਲਿਓ ਵੀ ਕਲਯੁਗ ਹੈ। ਹਾਂਜੀ ਅਗਲੀ ਪੰਕਤੀ। ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ। ਕਹਿੰਦੇ ਅਸੀਂ ਗੁਰੂ ਦੀ ਕਿਰਪਾ ਨਾਲ ਜਾਣਿਆ ਕਿ ਇਹ ਸਾਰੇ ਕੰਮ ਕਲਯੁਗ ਦੇ ਆ। ਭਾਵੇਂ ਹੁਣ ਇਹ ਸੰਤ ਬਣੇ ਹੋਣ, ਭਾਵੇਂ ਗਿਆਨੀ ਬਣੇ ਹੋਣ, ਭਾਵੇਂ ਪ੍ਰਚਾਰਕ ਬਣੇ, ਭਾਵੇਂ ਸੋਸ਼ਲ ਮੀਡੀਆ ਤੇ ਚੱਲਦੇ ਹੋਣ, ਇਹ ਸਾਰੇ ਕਲਯੁਗ ਹੈ। ਇਹ ਕਲਯੁਗ ਦਾ ਕੰਮ ਹੈ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦਾ ਮੁੱਲ ਮਿਲਦੇ ਆ, ਬਾਜ਼ਾਰੋਂ ਲੈ ਲਓ। ਸਿੱਖਾਂ ਦੇ ਗੁਰੂ ਮੁੱਲ ਮਿਲਦੇ, ਕਿੰਨਾ ਕੁ ਤੁਹਾਡਾ ਮਾਣ ਹੈ। ਗੁਰੂ ਗ੍ਰੰਥ ਸਾਹਿਬ ਜਦੋਂ ਗੁਰਗੱਦੀ ਤੇ ਆਣ ਕੇ ਬਿਰਾਜਮਾਨ ਹੁੰਦੇ ਆ ਨਾ, ਸਤਿਕਾਰ ਵਾਲੇ ਸਥਾਨ ਤੇ, ਉਦੋਂ ਫਿਰ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਕਰਕੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਇਹ ਪੰਜਵੇਂ ਪਾਤਸ਼ਾਹ ਵੇਲੇ ਬਾਣੀ ਲਿਖੀ ਗਈ, ਪੋਥੀ ਕਰਕੇ ਲਿਖੀ ਗਈ, ਬੀੜ ਬਣ ਕੇ ਲਿਆਏ ਲਾਹੌਰੋਂ, ਉਦੋਂ ਕਿਤੇ ਮੰਨਿਆ ਗੁਰੂ ਗ੍ਰੰਥ ਸਾਹਿਬ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਇਹ ਬੀੜ ਤਿਆਰ ਹੋ ਗਈ ਤੇ ਹੁਣ ਇਹ ਗੁਰਗੱਦੀ ਤੇ ਬਿਰਾਜਮਾਨ ਹੋਣ ਲੱਗੀ ਹੈ। ਜੇ ਬਾਣੀ ਅਜੇ ਗੁਰੂ ਦਾ ਨਾਂ ਨਹੀਂ ਨਾਲ ਲੱਗਿਆ। ਜਦੋਂ ਗ੍ਰੰਥ ਨਾਲ ਗੁਰੂ ਦਾ ਨਾਂ ਲੱਗ ਗਿਆ ਨਾ,
ਤੇ ਗੁਰੂ ਫਿਰ ਗਿਆਨ ਹੀ ਹੈ। ਗੁਰੂ ਕੋਈ ਕਾਗਜ਼ ਨਹੀਂ, ਗੁਰੂ ਕੋਈ 1500 ਦਾ ਨਹੀਂ, ਗੁਰੂ ਕੋਈ ਲੱਖ ਦਾ 50,000 ਦਾ ਨਹੀਂ, ਗੁਰੂ ਦੀ ਕੋਈ ਕੀਮਤ ਹੀ ਨਹੀਂ। ਗੁਰੂ ਦਾ ਉਪਦੇਸ਼ ਵੀ ਅਮੋਲਕ, ਗੁਰੂ ਤਾਂ ਹੈ ਹੀ ਨਿਰੰਕਾਰ। ਕਹਿੰਦੇ ਭਾਈ ਇਹ ਸੁਣ ਲਓ, ਇਹ ਹੈ ਕਲਯੁਗੀ, ਕਲਯੁਗ ਦੀਆਂ ਸ਼ਰਾਰਤਾਂ। ਕਲਯੁਗ ਦੇ ਬੰਦੇ ਨੇ, ਹੈਗੇ ਕੰਗਲੇ ਤੇ ਬਣਦੇ ਪਾਤਸ਼ਾਹ ਨੇ, ਹੈਗੇ ਮੂਰਖ ਨੇ ਬਣਦੇ ਪੰਡਤ ਨੇ, ਪ੍ਰਚਾਰ ਕਰਦੇ ਆ। ਅੱਜ ਸਿੱਟੇ ਪੈ ਨਾ ਪਾਸੇ ਕਰਕੇ, ਹੈਗੇ ਅੰਨੇ ਬਣਦੇ ਪਾਰਖੂ, ਬਸ ਐਵੇਂ ਕਰੀ ਜਾਂਦੇ ਨੇ, ਰੋਲਾ ਪਾਈ ਜਾਂਦੇ ਆ। ਹੈਗੇ ਇਲਤੀ ਦੇ ਸ਼ਰਾਰਤੀ ਨੇ, ਬਣਦੇ ਨੇ ਸਿਆਸਤ ਵਿੱਚ ਬੜੇ ਬੜੇ ਲੀਡਰ ਬਣਦੇ ਆ, ਚੌਧਰੀ। ਇਹ ਇਲਤੀ ਲੋਕ ਚੌਧਰੀ ਬਣਦੇ ਆ, ਝੂਠਿਆਂ ਨਾਲ ਬਹਿੰਦੇ ਆ, ਕਹਿੰਦੇ ਅਸੀਂ ਸਮਝ ਲਿਆ ਸਾਰਾ ਕੁਝ, ਕਿ ਇਹ ਹੈ ਕਲਯੁਗ ਦੇ ਬੰਦੇ ਦੇ, ਇਹ ਕਲਯੁਗ ਦਾ ਕੰਮ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿਣਾ ਕੋਈ। ਗੁਰੂ ਸਾਹਿਬ ਦੀ ਸੰਗਤ ਵਿੱਚ ਲੱਗ ਕੇ ਬੁੱਝਣਾ, ਸਮਝਣਾ ਕਿ ਸੇਵਾ ਕੀ ਹੈ, ਨਾਮ ਕੀ ਹੈ। ਮਹਾਂਪੁਰਖਾਂ ਨੇ ਕੋਈ ਸਾਧਨਾ ਸੀ, ਜਪ ਸੀ, ਮੈਨੂੰ ਭੇਜਿਆ ਜਾ ਕੇ ਆਪਦੇ ਘਰੇ ਕਰਨਾ ਹੈ। ਇਕੱਲੇ ਕਮਰੇ ਵਿੱਚ, ਪਿੰਡ ਦਾ ਇਲਾਕਾ ਸੀ, ਜਾ ਕੇ ਇੱਟਾਂ ਰੋੜਿਆਂ ਦੇ ਨਾਲ ਫਟਾਫਟ ਕਮਰਾ ਬਣਾ ਕੇ, ਬਾਲਿਆਂ ਦੀ ਛੱਤ ਪਾ ਕੇ, ਇੱਕ ਕਮਰਾ ਖੜਾ ਕਰਕੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਕਰਕੇ ਫਿਰ ਨਿਤਨੇਮ ਸ਼ੁਰੂ ਕੀਤਾ। ਬਾਬਾ ਜੀ ਕਹਿੰਦੇ ਸੀ ਇਹ 40 ਦਿਨ ਕਰਨਾ। ਅਸੀਂ ਜੁੜੇ ਹਾਂ ਆਪਣੇ ਗੁਰੂ ਪੀਰ ਮਹਾਂਪੁਰਖਾਂ ਨਾਲ, ਸਾਨੂੰ ਅੱਗੇ ਦਾ ਕੋਈ ਪਤਾ ਨਹੀਂ। ਬਾਬਾ ਜੀ ਕਹਿੰਦੇ ਇੰਨੀਆਂ ਮਾਲਾ ਸਵੇਰੇ, ਇੰਨੀਆਂ ਮਾਲਾ ਸ਼ਾਮ ਨੂੰ। ਹੁਣ ਉਹਨਾਂ ਵਿੱਚ 2-4 ਘੰਟੇ ਦਿਨੇ ਦੁਪਹਿਰੇ ਮਿਲਦੇ ਆ, 2-4 ਘੰਟੇ ਸ਼ਾਮ ਨੂੰ। ਬਾਕੀ ਸਾਰੀ ਜੋ ਬਾਬਾ ਜੀ ਨੇ ਬਚਨ ਦਿੱਤੇ ਸੀ ਉਹ ਸ਼ੁਰੂ ਕਰਤਾ। ਉਹਦੀਆਂ ਮਾਲਾ ਕਰਨੀਆਂ, ਚਾਹੇ ਮੂਲ ਮੰਤਰ ਸੀ, ਚਾਹੇ ਵਾਹਿਗੁਰੂ ਸ਼ਬਦ ਸੀ, ਚਾਹੇ ਕੋਈ ਹੋਰ ਸ਼ਬਦ ਸੀ, ਉਹ ਬਚਨ ਹੁੰਦਾ ਉਹਨਾਂ ਦਾ। 40 ਦਿਨ ਕਰਨਾ। 40 ਦਿਨਾਂ ਦਾ ਜੇ ਪੂਰਾ ਨਹੀਂ ਹੋਇਆ ਤੇ 22 ਦਿਨਾਂ ਤੋਂ ਬਾਬਾ ਜੀ ਨੇ ਸੁਨੇਹਾ ਭੇਜਿਆ ਕਿ ਵਾਪਸ ਆ ਜਾਏ। ਹੁਣ ਸਮਝਣਾ ਹੈ ਕਿ ਪੜ੍ਹਾਈ ਕੀ ਹੈ, ਸੇਵਾ ਕੀ ਹੈ। ਸਾਡੇ ਮੂਰਖਾਂ ਦੀਆਂ ਜਿੱਦਾਂ ਨੇ, ਸਾਡੇ ਮੂਰਖਾਂ ਦੀਆਂ ਮਰਜ਼ੀਆਂ ਨੇ, ਸਾਨੂੰ ਗੁਰੂ ਪੀਰ ਦੇ ਹੁਕਮ ਦਾ ਕੱਖ ਗਿਆਨ ਨਹੀਂ। ਹੁਕਮ ਇਹ ਤੇ ਬਹਿ ਗਏ, ਹੁਕਮੇ ਵਿੱਚ ਹੀ ਉੱਠ ਪਓ। ਸਾਨੂੰ ਕੀ, ਸਾਡਾ ਪ੍ਰਵਾਨ ਹੋ ਗਿਆ। 22 ਦਿਨਾਂ ਬਾਅਦ ਮੈਂ ਆ ਗਿਆ ਤੇ ਬਸ ਬਾਬਾ ਜੀ ਨੇ ਠੀਕ ਸੇਵਾ ਤੇ ਡਿਊਟੀ ਤੇ ਲਾਤਾ। ਹੁਕਮ ਦੀ ਪੜ੍ਹਾਈ ਹੁੰਦੀ ਹੈ, ਹੁਕਮ ਦੀ ਭਗਤੀ ਹੁੰਦੀ ਹੈ, ਹੁਕਮ ਦੀ ਆਗਿਆ ਹੁੰਦੀ ਹੈ, ਪਰ ਮੂਰਖ ਨਹੀਂ ਲੈ ਸਕਦਾ ਕੁਝ, ਨਾ ਇਹ ਸਮਝ ਸਕਦਾ ਹੈ। ਜਦੋਂ ਸਮਾਂ ਆਏ ਦਾਤ ਲੈਣ ਦਾ, ਉਦੋਂ ਮੂਰਖਾਂ ਨੂੰ ਦਿਸਣਾ ਹੀ ਹਟ ਜਾਂਦਾ, ਅੰਨੇ ਹੋ ਜਾਂਦੇ। ਦਾਤ ਉਹ ਲਏਗਾ ਜਿਹੜਾ ਅੰਦਰੋਂ ਜਾਗੇਗਾ, ਜਿਹਨੂੰ ਗੁਰੂ ਦਾ ਪਤਾ ਹੋਏਗਾ, ਉਹ ਦਾਤ ਪ੍ਰਾਪਤ ਕਰ ਸਕਦਾ ਹੈ। ਦੂਜਾ ਬੰਦਾ ਦਾਤ ਨਹੀਂ ਲੈ ਸਕਦਾ, ਅੰਧੇਰੇ 'ਚ ਹੀ ਰਹਿੰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਸਾਰੇ ਪੜ੍ਹੋ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
ਅਯੁਨੀ ਸੈਭੰ ਗੁਰ ਪ੍ਰਸਾਦ ਜਪ ਹਾਰ ਸੱਚ ਜੁਹਾਰ ਸੱਚ ਹੈ ਪੀਨ ਸੱਚ ਨਾਨਕ ਹੋਸੀ ਪੀ ਸੱਚ। ਕਹਿੰਦੇ ਤੂੰ ਮਨ ਮਰਜੀ ਨਾਲ ਜਾ ਕੇ ਤੀਰਥ ਤੇ ਬਹਿ ਜਾ, ਭਾਵੇਂ ਆਰੇ ਨਾਲ ਚਰਾ ਦੇ, ਤੇਰੀ ਮਨ ਦੀ ਮੈਲ ਉਤਰਨ ਲੱਗੀ ਕਿਤੇ। ਇਹਨਾਂ ਵਿਧੀਆਂ ਨਾਲ ਨਹੀਂ ਉਤਰਦੀ। ਪਾਠ ਪੜ੍ਹ ਲਾ, ਵੇਦਾਂ ਨੂੰ ਵਿਚਾਰ ਲਾ, ਕੁਝ ਕਰ ਲਾ, ਦਾਤ ਤਾਂ ਗੁਰੂ ਦੇ ਚਰਨਾਂ ਵਿੱਚ, ਗੁਰੂ ਦੀ ਆਗਿਆ ਵਿੱਚ ਪਈ ਹੈ, ਗੁਰੂ ਦੇ ਹੁਕਮ ਵਿੱਚ ਰੱਖੀ ਹੋਈ। ਉਹੀ ਆਗਿਆ ਮੰਨਣ ਵਾਲੀ ਹੀ ਸੁਹਾਗਣ ਹੁੰਦੀ ਹੈ। ਤਾਂ ਪ੍ਰੇਮ ਸੁਹਾਗਣ ਹੋਏ, ਆਗਿਆ ਮਾਣ ਜਾਣ ਸੁਖ ਪਾਇਆ। ਇਹੀ ਭਗਤੀ ਹੈ, ਇਹੀ ਪ੍ਰਮਾਤਮਾ ਨੂੰ ਪਾਉਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਾਂ ਮਹਾਂਪੁਰਸ਼ਾਂ ਦੇ ਸਾਧ ਸੰਗਤ ਤੇ ਜਿੱਥੇ ਵੀ ਭਾਵਨਾ ਹੈ, ਸਾਡੀ ਸ਼ਰਧਾ ਹੈ, ਭਰੋਸਾ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਜੋੜਿਆ, ਉੱਥੇ ਹੀ ਮਨ ਕਰਕੇ ਜੁੜਨਾ ਹੈ। ਝੋਲੀਆਂ ਗੁਰੂ ਤੋਂ ਭਰਨੀਆਂ ਹੈ। ਆਖੋ ਸ੍ਰੀ ਵਾਹਿਗੁਰੂ। ਬੰਦੇ ਨੇ ਭਗਤੀ ਕਰਨੀ ਹੈ, ਜਪ ਕਰਨੇ, ਤਪ ਕਰਨੇ। ਜਦੋਂ ਗੁਰੂ ਦੇ ਦਰ ਤੇ ਪ੍ਰਵਾਨ ਹੋਣਗੇ, ਫਿਰ ਕੋਈ ਵਿਧ ਬਣੇਗੀ ਤੇ ਫਿਰ ਗੁਰੂ ਦੇ ਚਰਨਾਂ 'ਚੋਂ ਦਾਤ ਮਿਲਦੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਵੈਰੀ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਹਾਰ ਸੱਚ ਹਾਰ ਸੱਚ ਹੈ ਪੀਨ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿ ਕਰਤਾ ਪੁਰਖ ਨਿਰਭਉ ਨਿਰਵੈਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਹਾਰ ਸੱਚ ਜੁਹਾਰ ਸੱਚ ਹੈ ਪੀਨ ਸੱਚ ਨਾਨਕ ਹੋਸੀ ਵੀ ਸੱਚ। ਕਲਯੁਗ में कीर्तन प्रधाना गुरमुख जपिए लाए ध्याना। आप तरे सगले कुल तारे हर दरगे पास्यों जाएंदा। ਜਦੋਂ ਅਸੀਂ ਕੀਰਤਨ ਬਾਰੇ ਸੁਣਾਂਗੇ, ਭਾਲਾਂਗੇ, ਢੂੰਡ ਕਰਾਂਗੇ, ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਕੀਰਤਨ ਨਿਰਮੋਲਕ ਹੀਰਾ ਹੈ। ਕੀਰਤਨ ਦੀ ਕੋਈ ਕੀਮਤ ਨਹੀਂ। ਤੇ ਬਾਬਾ ਜੀ ਦੇ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਇੱਥੇ ਕੀਰਤਨ ਸ਼ੁਰੂ ਹੋਣਾ ਹੈ। ਟੀਵੀ ਚੈਨਲ ਤੇ ਚੱਲਦਾ ਰਹੇਗਾ। ਤੇ ਜਿਵੇਂ ਗੁਰੂ ਸਾਹਿਬ ਸੇਵਾ ਲੈਣਗੇ, ਸਾਰੀ ਸੰਗਤ ਨੇ ਕੀਰਤਨ, ਜਥਿਆਂ ਨੇ, ਜਥਿਆਂ ਦੀ ਸੇਵਾ ਹੋਏਗੀ ਥੋੜ੍ਹੀ ਬਹੁਤੀ। ਇਵੇਂ 1.5 ਘੰਟੇ ਦਾ ਸਮਾਂ ਇੱਕ ਇੱਕ ਜਥਾ ਲਾਏਗਾ। ਲਾਈਵ ਪ੍ਰੋਗਰਾਮ ਹੋ ਜਾਏਗਾ ਪੁੱਛੋ ਸਾਹਿਬ ਤੇ। ਹੋਰ ਚੈਨਲ ਦੇਖ ਲਾਂਗੇ ਜਿੰਦੇ ਤੇ ਇਹ ਲਗਾਤਾਰ ਹੀ ਕੀਰਤਨ ਚੱਲੇ ਤੇ ਜਥੇ ਕੀਰਤਨ ਕਰਦੇ ਰਹਿਣ। ਇਹ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਜਨਮ ਸਥਾਨ ਤੇ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨਗਰੀ ਦੇ ਵਿੱਚ ਇਸ ਜਨਮ ਸਥਾਨ ਤੇ ਇਹ ਪ੍ਰੋਗਰਾਮ ਕੀਰਤਨ ਦਾ ਸ਼ੁਰੂ ਕਰਨਾ ਹੈ। ਨਿਮਰਤਾ ਨਾਲ, ਗਰੀਬੀ ਨਾਲ
कि कलयुग बहुत वधिया होया है। कलयुग की अग वधदी आउंदी है, जोर वाधा आउंदा है। गुरु नानक देव जी का सारा इतिहास साखियां पढ़ दो, जिथे भी कलयुग कोई बीमारी, कोई दुख, कोई मुसीबत आई, गुरु नानक साहब ने क्या मरदानिया छेड़ भाव कीर्तन दे नाल उस मुसीबत नूं टालिया। वो समर्थ सी, पर उन्होंने विधि बनाई कि कीर्तन नाल टालिया। कलयुग दे विच दसिया कि कीर्तन प्रधान है, महासंपड़ भी चलते हैं, पर हुण गुरु साहब की कृपा नाल ये जिन्ना चिर गुरु साहब सेवा लैणगे ये कीर्तन आपां चालू रखना है। एक जथे तो बाद दूसरा जथा, सारे जथियां दी महीना 40 दिन का तो पक्का प्रोग्राम है। हुण मई का महीना है ते अगे है जून का बाबा कुंदन सिंह जी का जन्म दिहाड़ा है। उदों तक आपां कीर्तन चालू रखना है। सारे जथियां की सेवा होएगी ते जथे कीर्तन करी जान के 1.5 घंटा 2 घंटे ते सब की सेवा होएगी। विचे ही भावना वाले गुरमुख प्यारे जिन्ना करना है, पर सारे जथियां नूं सेवा की जाएगी ते बाबा कुंदन सिंह के जन्म दिहाड़े तक इनू आपां कीर्तन दे नाल मनाउणा है कि आउण वाली जिहड़ी बीमारी है गुरु साहब मेहर करनगे। तुहाडे सामने थोड़े दिनां च सब कुछ खोलना पैना इन्होंने। बीमारी भावें चली जाए, इहदे तो सचेत हो जाना, सारिਆਂ ने सावधान हो जाना। बीमारी तो बीमारी किसी को लग भी गई ठीक हो जाएगा, कोई विरले की मौत होती है, बाकी सब ठीक हो जाते। होर बीमारियां नहीं, बुखार नहीं, होर कई तरह के रोग नहीं, बंदे लगते भी है मरते भी है, विच ही बच जाते हैं। किसी को किडनी का नुक्स पै गया, किसी के फेफड़िया का पै गया, किसी के हार्ट का, किसी के कोई दिमागी, बचता भी है मर भी जाते। अब ये इलाज है इन्हों के, पर मरना नहीं। मरे तो बगैर तो मर जाएंगे जो खुले ही ना, काम भी ना चले। ये तो सरकार ने खोल ही देने हैं। जिन्नी कु देर उन्होंने माया खड़कदी है तो आपका नाम या चमकाई जाएंगे, लगे अपने नाम चमकाउणी है। होर कोई इन्हों किसी परोपकार नाल नहीं, सारे आपो अपनियां दौड़ां ते लगे हुए हैं। तो बीमारी भी चली जानी है, लोगों ने भी चली जाना, काम कार हो ही जाने सारे। विच ही सब ने बच के तुरे फिरना। जे किसी को कोई शिकायत आई वो आपका इलाज करा लेगा। सब बीमारियां तो सब तो ज़्यादा डर हिंदा ते सब तो छोटा इलाज, सब तो घट खर्चे का इलाज नॉर्मल दवाइयां देंदे आ, बिल्कुल नॉर्मल दवाइयां। होर कोई इहदे वास्ते भारू इलाज है ही नहीं, कोई ऑपरेशन हो जाए या कोई होर कोई। सब तो वड्डी ते खतरनाक ते भयानक बीमारी है ते सब तो छोटा इलाज, सूखम इलाज लोग घर भी करी जाएंगे, काढ़े कूड़े बना के, होर कई तरह के परहेज रख के, कई तरह दी दवाइयां वरत के, कई दवाइयां हैगियां जिहड़ियां इहदे ते काम करदियां। पर अपना सब तो वड्डी दवाई है गुरु साहब के नाम की। फिर सारिया दवाइयां लग जाणगियां। ते सारी संगत नूं बेनती है कि कीर्तन इत्थे आपां बारी बारी सारे जथे करी जाणगे। लाइव चली जाना प्रोग्राम, पुछो साहब के चैनल ते चलता रहेगा। जदों सवेरे शाम उत्थे
कथा कीर्तन होंदा। उस तो इलावा फिर इत्थे चली जाएगा दिने भी ते रात नूं भी। संगतां इत्थों दा वखरा भी चैनल बना लांगी। तो ये कीर्तन बाबा कुंदन सिंह दे जन्म दिहाड़े तक जिमें अगे गुरु साहब बाबा जी कृपा करनगे उदों तक नाम और कीर्तन से पृथ्वी का बोझ उतारा। सब तो वड्डी महानता हरमंदर साहिब दी है। क्यों है? कीर्तन उत्थे होंदा है। उत्थे जिहड़ा कीर्तन चलदा है ना, वो कीर्तन दे नाल हरमंदर साहिब सब तो उच्चा है। ते दस रहा सानू ये सिक्ख्या मिल रही है कि भाई कीर्तन भगती सब तो उत्तम है। उत्थे लगातार गुरबाणी कीर्तन हो रहा है। संगतां सरवण कर रही ने। किसी प्रचार की लोड़ नहीं, कोई ज्ञान देने की लोड़ नहीं, सारा गुरबाणी दे रही है, हिरदियां ते प्रवेश कर रही है। एडे पवित्र स्थान का कीर्तन जदों संगतां सुनदियां ने हिरदे भी पवित्र हो जाते हैं। तो आपां कुछ दिनों वास्ते ये कीर्तन हुण शुरू इत्थे चलेगा। तो जथियां नूं लाई जाना, उन्हां दी सेवा होई जाएगी। गुरु साहब आपे बख्शिश करनगे। तो कीर्तन ये हुण लगातार चली जाना है। सारी साध संगत ने रल मिल के करना है। अगे आपां 6 जून का फिर कुछ गुरमुख प्यारिਆਂ ने मना किया सी, इस करके आपां इस नूं कुछ गांह तक ली जावांगे। तो 40 दिन पूरे हो जाएंगे जिमें गुरु साहब कृपा करनगे। तो सारिया संगतां विच ही शहीदां दे दिन आ जाएंगे, विचे बाबा कुंदन सिंह का जन्म दिहाड़ा आ जाएगा, विचे ही सारा प्रोग्राम चली जाएगा। सारिया संगतां सरवण करो। हुण हुक्मनामा समा हो गया सी, इस करके लेट। तो अमृत वेले भी हाज़री भरांगे असीं। हर जस गायो।